ਤੁਸੀਂ ਦੇਖ ਰਹੇ ਹੋ ਤੇਜ਼ ਪੰਜਾਬ ਨਿਊਜ਼ ਤੇ ਮੈਂ ਹਾਂ ਰਜੇਸ਼ ਸੰਧੂ। ਆਮ ਤੌਰ ਤੇ ਵੇਖਣ 'ਚ ਆਉਂਦਾ ਹੈ ਵੀ ਪੰਜਾਬ ਦੇ ਨੌਜਵਾਨ ਪੜ੍ਹ ਲਿਖ ਕੇ ਜਾਂ ਤੇ ਵਿਦੇਸ਼ਾਂ ਵਿੱਚ ਨੌਕਰੀਆਂ ਕਰਨ ਚਲ ਜਾਂਦੇ ਨੇ ਜਾਂ ਤੇ ਆਪਣੇ ਦੇਸ਼ ਦੇ ਵਿੱਚ ਰੋਜ਼ਗਾਰ ਲੱਭਣ ਦੇ ਵਿੱਚ ਸਮਾਂ ਖਰਾਬ ਕਰਦੇ ਨੇ। ਲੇਕਿਨ ਅੱਜ ਤੁਹਾਨੂੰ ਇਹ ਜਿਹੇ ਨੌਜਵਾਨਾਂ ਮਿਲਾਵਾਂਗੇ ਜੋ ਕਿ ਗੁਰਪ੍ਰੀਤ ਸਿੰਘ ਅੰਮ੍ਰਿਤਸਰ ਦੇ ਜੰਡਿਆਲਾ ਪਿੰਡ ਦੇ ਰਹਿਣ ਵਾਲੇ ਨੇ ਤੇ ਐਮ.ਟੈਕ ਦੀ ਪੜ੍ਹਾਈ ਕਰਨ ਤੋਂ ਬਾਅਦ ਨੌਕਰੀ ਲੱਭਣ ਨਾਲੋਂ ਉਹਨਾਂ ਨੇ ਆਪਣੇ ਪਿੰਡ ਦੇ ਵਿੱਚ ਹੀ ਗੁੜ ਦਾ ਵੇਲਣਾ ਲਾ ਕੇ ਤੇ ਸ਼ੁੱਧ ਗੁੜ ਦੀ ਜਿਹੜੀ ਆ ਉਹ ਪੈਦਾਵਾਰ ਕਰ ਰਹੇ ਨੇ ਤੇ ਲੋਕਾਂ ਨੂੰ ਜਿਹੜਾ ਵਾ ਸ਼ੁੱਧ ਗੁੜ ਜਿਹੜਾ ਵਾ ਵੇਚ ਰਹੇ ਨੇ। ਗੱਲਬਾਤ ਕਰਾਂਗੇ ਉਸ ਨੌਜਵਾਨ ਗੁਰਪ੍ਰੀਤ ਸਿੰਘ ਦੇ ਨਾਲ ਵੀ ਆਖਰ ਮਨ ਦੇ ਵਿੱਚ ਕਦੋਂ ਇਹ ਵਿਚਾਰ ਆਉਂਦਾ ਹੈ ਵੀ ਮੈਂ ਐਮ.ਟੈਕ ਦੀ ਇੰਨੀ ਪੜ੍ਹਾਈ ਕਰਨ ਤੋਂ ਬਾਅਦ ਤੇ ਗੁੜ ਦਾ ਵੇਲਣਾ ਜਿਹੜਾ ਪਿੰਡ 'ਚ ਉਹਨਾਂ ਨੇ ਲਾਇਆ ਹੈ ਤੇ ਗੁੜ ਬਣਾਉਂਦੇ ਨੇ। ਗੁੜ ਆਪਣੇ ਘਰ ਦੇ ਵਿੱਚ ਵੀ ਉਹਦੀ ਵਰਤੋਂ ਕਰਦੇ ਨੇ ਤੇ ਪਿੰਡ ਦੇ ਲੋਕਾਂ ਨੂੰ ਜਿਹੜੇ ਦੂਰੋਂ ਦੂਰੋਂ ਆਣ ਕੇ ਤੋਂ ਗੁੜ ਲੈਣ ਆਉਂਦੇ ਨੇ ਉਹਨਾਂ ਨੂੰ ਗੁੜ ਜਿਹੜਾ ਹੈ ਵੇਚ ਕੇ ਤੇ ਚੰਗੇ ਪੈਸੇ ਕਮਾ ਰਹੇ ਨੇ। ਆਖਰਕਾਰ ਉਹਨਾਂ ਦੇ ਮਨ 'ਚ ਇਹ ਵਿਚਾਰ ਕਦੋਂ ਆਉਂਦਾ ਵੀ ਮੈਂ ਨੌਕਰੀ ਕਰਨ ਨੂੰ ਛੱਡ ਕੇ ਨੌਕਰੀਆਂ ਦੇ ਮਗਰ ਦੌੜਨ ਨੂੰ ਛੱਡ ਕੇ ਤੇ ਗੁੜ ਦੀ ਜਿਹੜੀ ਖੇਤੀ ਵੀ ਕਹਿ ਸਕਦੇ ਹਾਂ, ਗੁੜ ਦਾ ਵੇਲਣਾ ਜਿਹੜਾ ਉਹਨਾਂ ਨੇ ਪਿੰਡ ਅੰਮ੍ਰਿਤਸਰ ਦੇ ਪਿੰਡ ਜੰਡਿਆਲਾ ਦੇ ਵਿੱਚ ਲਗਾਇਆ ਹੈ ਤੇ ਨਾਂ ਉਹਨੂੰ ਦਿੱਤਾ ਖਾਲਸਾ ਸ਼ੁੱਧ ਦੇਸੀ ਗੁੜ। ਤੇ ਆਖਰ ਕੀ ਕਾਰਨ ਕੀ ਬਣ ਜਾਂਦੇ ਨੇ, ਗੱਲਬਾਤ ਕਰਾਂਗੇ ਵੀ ਇੰਨੀ ਪੜ੍ਹਾਈ ਤੋਂ ਬਾਅਦ ਇਹ ਨੌਜਵਾਨ ਜਿਹੜੇ ਨੇ ਗੁੜ ਦੀ ਜਿਹੜੀ ਆ ਖੇਤੀ ਕਰਦੇ ਨੇ। ਗੁੜ ਦਾ ਵੇਲਣਾ ਪਿੰਡ ਦੇ ਵਿੱਚ ਲਗਾਇਆ ਹੋਇਆ ਜੀ। ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਹੈ ਜੀ ਸਾਡੇ ਚੈਨਲ ਤੇਜ਼ ਪੰਜਾਬ ਤੇ ਜੀ। ਧੰਨਵਾਦ ਜੀ ਆਪ ਜੀ ਦਾ ਇੱਥੇ ਆਉਣ ਤੇ ਮੈਂ ਧੰਨਵਾਦ ਕਰਦਾ। ਗੁਰਪ੍ਰੀਤ ਜੀ ਕੀ ਕਾਰਨ ਕੀ ਆ ਵੀ ਆਮ ਤੌਰ ਤੇ ਇੰਨੀ ਪੜ੍ਹਾਈ ਕਰਨ ਤੋਂ ਬਾਅਦ ਐਮ.ਟੈਕ ਦੀ ਤੁਸੀਂ ਡਿਗਰੀ ਹਾਸਲ ਕੀਤੀ ਹੈ, ਲੋਕ ਜਿਹੜੇ ਨੇ ਵਿਦੇਸ਼ਾਂ ਵੱਲ ਨੂੰ ਮੂੰਹ ਕਰਦੇ ਨੇ ਜਾਂ ਰੋਜ਼ਗਾਰ ਲੱਭਣ ਵਾਸਤੇ ਨੌਕਰੀਆਂ ਕਰਦੇ ਨੇ, ਲੇਕਿਨ ਤੁਸੀਂ ਆਪਣੇ ਪਿੰਡ ਦੇ ਵਿੱਚ ਹੀ ਗੁੜ ਦਾ ਜਿਹੜਾ ਵੇਲਣਾ ਲਗਾਇਆ, ਆਖਰ ਕਾਰਨ ਕੀ ਹੈ? ਪਹਿਲਾ ਕਾਰਨ ਤੇ ਆ ਜੀ ਵੀ ਅਸੀਂ ਖੇਤੀ ਨਾਲ ਜੁੜੇ ਹੋਏ ਲੋਕ ਆ। ਬੇਸ਼ੱਕ ਇੰਜੀਨੀਅਰਿੰਗ ਕੀਤੀ ਜਾਂ ਐਮ.ਟੈਕ ਕੀਤੀ ਜਾਂ ਜਿੰਨੀ ਵੀ ਕੁਆਲੀਫਿਕੇਸ਼ਨ ਹੈ ਉਹ ਇੱਕ ਸ਼ੌਕ ਸੀਗਾ ਵੀ ਚਲੋ ਪੜ੍ਹਨਾ ਹੈ। ਬਾਕੀ ਸ਼ੁਰੂ ਤੋਂ ਹੀ ਖੇਤੀ ਦੇ ਨਾਲ ਜੁੜੇ ਰਹੇ ਆ। ਉਸ ਤੋਂ ਬਾਅਦ ਜਿਉਂ ਅੱਜ ਕੱਲ੍ਹ ਆਪਾਂ ਦੇਖਦੇ ਹਾਂ ਡੱਬਾਬੰਦ ਭੋਜਨ ਆ ਗਏ ਆ, ਇੰਨੀ ਜ਼ਿਆਦਾ ਜਿਹੜੀ ਆ ਬਿਮਾਰੀਆਂ ਵੱਧ ਗਈਆਂ। ਤੁਸੀਂ ਦੇਖੋ ਜਿਉਂ ਹੀ ਡੱਬਾਬੰਦ ਭੋਜਨ ਆਏ ਆ ਤਿਉਂ ਹੀ ਹੌਸਪੀਟਲਸ ਦੀਆਂ ਚੇਨਸ, ਮਲਟੀਨੈਸ਼ਨਲ ਹਸਪਤਾਲ ਜਿਹੜੇ ਸਾਡੇ ਸ਼ਹਿਰਾਂ ਦੇ ਵਿੱਚ, ਸ਼ਹਿਰਾਂ ਤੋਂ ਛੱਡ ਕੇ ਸਾਡੇ ਛੋਟੇ ਛੋਟੇ ਕਸਬਿਆਂ ਤੱਕ ਪਹੁੰਚ ਗਏ ਆ। ਉਹਦਾ ਕਾਰਨ ਆਹੀ ਆ ਵੀ ਸਾਡਾ ਖਾਣ ਪੀਣ ਖਰਾਬ ਹੋ ਗਿਆ। ਸੋ ਖੇਤੀ ਤੋਂ ਆਪਣੇ ਵੱਡੇ ਵਡੇਰਿਆਂ ਤੋਂ ਬਜ਼ੁਰਗਾਂ ਤੋਂ ਇਹੀ ਸਿੱਖਿਆ ਕਿ ਜੇ ਆਪਾਂ ਕੁਦਰਤ ਦੇ ਨਾਲ ਜੁੜੇ ਰਹਾਂਗੇ, ਕੁਦਰਤੀ ਖਾਵਾਂਗੇ, ਲੋਕਾਂ ਨੂੰ ਕੁਦਰਤੀ ਖਾਣਾ ਪਰੋਸਾਂਗੇ, ਚੰਗੀ ਚੀਜ਼ ਦੇਵਾਂਗੇ, ਉਹਦੇ ਨਾਲ ਆਪ ਤੇ ਇੱਕ ਵਧੀਆ ਸਿਹਤਮੰਦ ਹੋਵਾਂਗੇ। ਇੱਕ ਚੰਗਾ ਸਿਹਤਮੰਦ ਸਮਾਜ ਵੀ ਸਿਰਜਣ ਦੇ ਵਿੱਚ ਜਿਹੜਾ ਇੱਕ ਮਤਲਬ ਹੈਲਪਫੁਲ ਹੋਵਾਂਗੇ। ਸੋ ਇਸ ਸੋਚ ਦੇ ਨਾਲ ਇਹ ਛੋਟਾ ਜਿਹਾ ਜਿਹੜਾ ਕਾਰੋਬਾਰ ਸ਼ੁਰੂ ਕੀਤਾ। ਬਾਕੀ ਇੱਕ ਹੋਰ ਬੜਾ ਵੱਡਾ ਪੁਆਇੰਟ ਹੈ ਇਸ ਵੇਲੇ ਸਿਸਟਮ, ਕਿ ਜਿਹੜਾ ਸਾਡਾ ਸਿਸਟਮ ਜਿਹੜਾ ਐਜੂਕੇਸ਼ਨ ਸਿਸਟਮ ਹੈ ਉਹ ਬਹੁਤ ਹੀ ਬੁਰਾ ਹਾਲ ਹੋ ਗਿਆ। ਸਾਡੀ ਹਾਇਰ ਐਜੂਕੇਸ਼ਨ ਦਾ ਬੜਾ ਹੀ ਮੰਦਾ ਹਾਲ ਹੈ। ਕਹਿ ਲਓ ਕਿ ਬੱਚਿਆਂ ਨੂੰ ਪੜ੍ਹਾਇਆ ਜਾਂਦਾ ਹੈ ਪਰ ਗਵਰਨਮੈਂਟ ਜਾਂ ਹਾਇਰ ਐਜੂਕੇਸ਼ਨ ਸੈਕਟਰ ਕਦੀ ਇਹ ਨਹੀਂ ਸੋਚਦਾ ਕਿ ਇਹਨਾਂ ਬੱਚਿਆਂ ਨੂੰ ਅਸੀਂ, ਇਹਨਾਂ ਲੋਕਾਂ ਨੂੰ ਜਿਨ੍ਹਾਂ ਨੇ PhD ਕਰ ਲਈ ਜਾਂ ਜਿਨ੍ਹਾਂ ਨੇ M.Tech ਕਰ ਲਈ, ਇਹਨਾਂ ਨੂੰ ਅਸੀਂ ਜੌਬਸ ਕਿੱਦਾਂ ਦੇਣੀਆਂ, ਕਿੱਥੇ ਦੇਣੀਆਂ, ਕੀ ਇਹਨਾਂ ਲਈ ਕੋਈ ਜੌਬਸ ਦਾ ਕੋਈ ਅਰੇਂਜਮੈਂਟ ਕੀਤਾ, ਕੀ ਇੰਡਸਟਰੀ ਹੈਗੀ ਹੈ, ਕੀ ਕਾਲਜਸ ਦੇ ਵਿੱਚ ਪ੍ਰੋਫੈਸਰ ਦੀ ਲੋੜ ਹੈਗੀ ਆ। ਸੋ ਇਹ ਸਾਰੇ ਸਿਸਟਮ ਜਿਹੜਾ ਹੈ ਮਤਲਬ ਇਹ ਵੀ ਇੱਕ ਜਿਹੜਾ ਵੱਡਾ ਕਾਰਨ ਹੈ ਕਿ ਨੌਜਵਾਨ ਜਿਹੜਾ ਕੋਈ ਉਹ ਵਿਦੇਸ਼ਾਂ ਨੂੰ ਜਾ ਰਿਹਾ ਹੈ, ਕੋਈ ਨੌਕਰੀ ਤੋਂ ਹੀਣਾ ਬੈਠਾ ਹੈ। ਸੋ ਮੈਂ ਇਹ ਸੋਚਿਆ ਕਿ ਇੱਕ ਛੋਟਾ ਜਿਹਾ ਆਪਣਾ ਕੋਈ ਇਹੋ ਜਿਹਾ ਬਿਜ਼ਨਸ ਸਟਾਰਟ ਕੀਤਾ ਜਾਵੇ ਜਿਹਦੇ ਨਾਲ ਲੋਕਾਂ ਨੂੰ ਵਧੀਆ ਸਿਹਤ ਵੀ ਮਿਲ ਸਕੇ, ਪਲੱਸ ਨਾਲ ਦੀ ਨਾਲ ਇੱਕ ਰੁਜ਼ਗਾਰ ਪੈਦਾ ਕੀਤਾ ਜਾ ਸਕੇ ਜਿਹੜੇ ਆਮ ਲੋਕ ਨੇ ਉਹਨਾਂ ਲਈ। ਪੰਜਾਬ ਦੀ ਕਿਸਾਨੀ ਜ਼ਬਾਨੀ ਸੱਭਿਆਚਾਰ ਨੂੰ ਜਿਹੜਾ ਤੁਸੀਂ ਸਾਂਭ ਕੇ ਰੱਖਿਆ ਹੈ। ਲੋਕ ਆਮ ਤੌਰ 'ਤੇ ਜਿਹੜਾ ਅੱਜ ਕੱਲ੍ਹ ਕੈਮੀਕਲ ਮਿਕਸ ਜਿਹੜੀਆਂ ਚੀਜ਼ਾਂ ਖਾ ਲੈਂਦੇ ਨੇ, ਚੀਨੀ ਦੀ ਵਰਤੋਂ ਘਰਾਂ 'ਚ ਜ਼ਿਆਦਾ ਕੀਤੀ ਜਾਂਦੀ ਆ, ਨਮਕ ਦੀ ਵਰਤੋਂ ਜ਼ਿਆਦਾ ਕੀਤੀ ਜਾਂਦੀ, ਕਿਤੇ ਨਾ ਕਿਤੇ ਬਿਮਾਰੀਆਂ ਦਾ ਕਾਰਨ ਵੀ ਬਣਦੇ ਨੇ। ਇਹ ਜਿਹੜੀ ਇੱਕ ਦੇਣ ਹੈ ਤੁਹਾਡੇ ਪਿੰਡ ਨੂੰ, ਸਮਾਜ ਨੂੰ, ਜਿਹੜਾ ਪੁਰਾਣਾ ਗੁੜ ਲੋਕੀ ਭੁੱਲਦੇ ਜਾਂਦੇ ਨੇ ਉਹਨੂੰ, ਬਿਲਕੁਲ। ਲੇਕਿਨ ਦੁਬਾਰਾ ਤੋਂ ਤੁਸੀਂ ਇਹਦੀ ਜਿਹੜੀ ਸ਼ੁਰੂਆਤ ਕੀਤੀ ਆ, ਪਿੰਡ ਦੇ ਲੋਕ ਜਿਹੜੇ ਨੇ ਜੁੜ ਰਹੇ ਨੇ, ਕਿੰਨਾ ਕੁ ਮਾਣ ਮਹਿਸੂਸ ਕਰਦੇ ਹੋ ਵੀ ਐਡਾ ਵਧੀਆ ਰੁਜ਼ਗਾਰ ਜਿਹੜਾ ਤੁਸੀਂ ਚੁਣਿਆ? ਬਹੁਤ ਵਧੀਆ ਲੱਗਦਾ ਹੈ ਬਿਕੋਜ਼ ਸਾਡੇ ਕੋਲ ਵੀਰ ਜੀ ਸਿਰਫ ਇਸ ਏਰੀਏ ਦੇ ਨਹੀਂ, ਅੱਜ ਸਵੇਰੇ ਇੱਕ ਦਿੱਲੀ ਤੋਂ ਆਏ ਸੀ ਕਸਟਮਰ, ਕੋਈ ਕੈਲਕਟਾ ਤੋਂ ਆਉਂਦਾ ਹੈ, ਕਿਉਂਕਿ ਲੋਕਾਂ ਦੇ ਰਿਸ਼ਤੇਦਾਰੀ ਹੈ। ਰਿਸ਼ਤੇਦਾਰੀ ਦੇ ਚੱਕਰ ਦੇ ਵਿੱਚ ਗੁੜ ਕੋਈ ਮਤਲਬ ਪੂਰੇ ਆਲ ਓਵਰ ਇੰਡੀਆ ਛੱਡ ਕੇ ਵਰਲਡ 'ਚ ਜਾ ਰਿਹਾ। ਉਹ ਜਿੱਥੇ ਵੀ ਗੁੜ ਜਾਂਦਾ ਹੈ ਉਹ ਫਿਰ ਕਸਟਮਰ ਜਦੋਂ ਉੱਥੇ ਖਾਂਦੇ ਨੇ, ਉਹ ਖੁਦ ਹੁਣ ਉਹ ਦਿੱਲੀ ਤੋਂ ਕਸਟਮਰ ਖੁਦ ਅੱਜ ਆਏ ਸੀਗੇ ਗੁੜ ਲੈਣ, ਤੇ ਉਹ ਇੱਕ ਤੇ ਉਹ ਗੁੜ ਲੈ ਕੇ ਜਾਂਦੇ, ਇੱਕ ਉਹਨਾਂ ਦੀਆਂ ਯਾਦਾਂ ਤਾਜ਼ਾ ਹੁੰਦੀਆਂ। ਉਹ ਕਹਿੰਦੇ ਵੀ ਬਈ ਅਸੀਂ ਜਦੋਂ ਛੋਟੇ ਸੀ, ਸਾਡੇ ਬਜ਼ੁਰਗ ਖੇਤੀ ਕਰਦੇ ਸੀ ਤੇ ਅਸੀਂ ਮਤਲਬ ਗੰਢ 'ਤੇ ਬੈਠ ਕੇ ਗੁੜ ਖਾਂਦੇ ਸੀ, ਜਾਂ ਇਹ ਸਿਸਟਮ ਬੜਾ ਮਤਲਬ ਉਹਨਾਂ ਨੂੰ ਵਧੀਆ ਲੱਗਦਾ ਹੈ ਤੇ ਸਾਨੂੰ ਮਾਣ ਮਹਿਸੂਸ ਹੁੰਦਾ ਇਸ ਚੀਜ਼ ਦਾ ਕਿ ਅਸੀਂ ਉਸ ਵਿਰਸੇ ਨੂੰ, ਉਸ ਸਿਸਟਮ ਨੂੰ ਸਾਰੇ ਨੂੰ ਅਸੀਂ ਸਾਂਭ ਕੇ ਰੱਖਿਆ ਜੀ। ਬਹੁਤ ਵਧੀਆ ਗੱਲ ਹੈ ਗੁਰਪ੍ਰੀਤ ਸਿੰਘ ਜੀ ਨੇ ਦੱਸਿਆ ਵੀ ਜਿਹੜਾ ਪੰਜਾਬ ਦਾ ਪੁਰਾਣਾ ਵਿਰਸਾ ਹੈ, ਪੁਰਾਣਾ ਖਾਣ ਪੀਣ ਹੈ,
ਕਿਤੇ ਨਾ ਕਿਤੇ ਉਸ ਨੂੰ ਦੁਬਾਰਾ ਜਿੰਦਾ ਕੀਤਾ ਗਿਆ, ਕਿਉਂਕਿ ਲੋਕ ਜਿਹੜੇ ਨੇ ਕੈਮੀਕਲ ਨੂੰ ਛੱਡ ਕੇ ਫਿਰ ਕੁਦਰਤੀ ਚੀਜ਼ਾਂ ਵੱਲ ਜਿਹੜਾ ਉਹਨਾਂ ਦਾ ਝੁਕਾਅ ਹੋ ਰਿਹਾ, ਆਪਣੀ ਸਿਹਤ ਨੂੰ ਲੈ ਕੇ ਬੜੇ ਹੀ ਅੱਜ ਕੱਲ੍ਹ ਸਕਰੀ ਹੋ ਗਏ ਨੇ ਲੋਕ। ਲੇਕਿਨ ਕਿਤੇ ਨਾ ਕਿਤੇ ਲੋਕ ਕੈਮੀਕਲ ਦੇ ਨਾਲ ਜਿਹੜਾ ਆਪਣੀ ਸਿਹਤਾਂ ਨੂੰ ਖਰਾਬ ਕਰਦੇ ਨੇ, ਉਹ ਤੋਂ ਲੋਕਾਂ ਨੂੰ ਬਚਣਾ ਚਾਹੀਦਾ ਹੈ ਤੇ ਬੜਾ ਮਾਣ ਮਹਿਸੂਸ ਕਰਦੇ ਨੇ ਵੀ ਅਸੀਂ ਲੋਕਾਂ ਦੇ ਫਾਇਦੇ ਵਾਸਤੇ, ਲੋਕਾਂ ਦੀ ਸਿਹਤ ਸੰਭਾਲ ਵਾਸਤੇ ਅਜਿਹੇ ਜਿਹੜੇ ਪ੍ਰੋਫੈਸ਼ਨ ਦੀ ਜਿਹੜੀ ਹੈ ਸ਼ੁਰੂਆਤ ਕੀਤੀ ਹੈ। ਅਸੀਂ ਇੱਕ ਤੁਹਾਨੂੰ ਬੇਨਤੀ ਕਰਾਂਗੇ ਵੀ ਪਹਿਲਾਂ ਤੇ ਦਰਸ਼ਕਾਂ ਨੂੰ ਜਿਹੜਾ ਸਾਡੇ ਤੇਜ਼ ਪੰਜਾਬ ਨਿਊਜ਼ ਚੈਨਲ ਦੇਖ ਰਹੇ ਨੇ ਉਹਨਾਂ ਨੂੰ ਦੱਸੋ ਵੀ ਗੁੜ ਦੇ ਫਾਇਦੇ ਕੀ ਨੇ। ਆਖਰ ਆਮ ਜਿਹੜੀ ਜਨਤਾ, ਨਵੀਂ ਪੀੜ੍ਹੀ ਜਿਹੜੀ ਹੈ ਗੁੜ ਦੇ ਬਾਰੇ ਇੰਨਾ ਨਹੀਂ ਜਾਣਦੀ, ਕਿਉਂਕਿ ਜਿਹੜੀ ਘਰਾਂ ਦੇ ਵਿੱਚ ਆਮ ਸ਼ਹਿਰਾਂ ਦੇ ਵਿੱਚ ਚੀਨੀ ਦੀ ਜਿਹੜੀ ਵਰਤੋਂ ਕੀਤੀ ਜਾਂਦੀ ਹੈ, ਚਾਹ ਜਿਹੜੀ ਚੀਨੀ ਨਾਲ ਬਣਾਈ ਜਾਂਦੀ ਹੈ, ਦੁੱਧ ਦੇ ਵਿੱਚ ਵੀ ਚੀਨੀ ਦੀ ਵਰਤੋਂ ਹੁੰਦੀ ਹੈ, ਜਾਣੀ ਕਿ ਮਿੱਠੇ ਦਾ ਜਿੰਨਾ ਵੀ ਕੰਮ ਜਿਹੜਾ ਉਹ ਚੀਨੀ ਤੋਂ ਲਿਆ ਜਾਂਦਾ ਹੈ। ਲੇਕਿਨ ਕਿਤੇ ਨਾ ਕਿਤੇ ਲੋਕਾਂ ਨੂੰ ਡਾਇਬਟੀਜ਼ ਦੀ ਪ੍ਰੋਬਲਮ ਰਹਿੰਦੀ। ਆਖਰ ਗੁੜ ਕਿੰਨਾ ਕੁ ਫਾਇਦੇਮੰਦ ਰਹਿੰਦਾ ਹੈ ਲੋਕਾਂ ਦੀ ਸਿਹਤ ਵਾਸਤੇ ਤੇ ਘਰੇਲੂ ਖਾਣ ਪੀਣ ਦੇ ਵਿੱਚ। ਦੇਖੋ ਜੀ, ਆਪਾਂ ਜਿਹੜਾ ਗੁੜ ਦਾ ਜਿਹੜੀ ਵਰਤੋਂ ਕਰਦੇ ਆ ਉਹ ਆਪਾਂ ਖੰਡ ਨੂੰ ਖਤਮ ਕਰਨ ਲਈ ਕਰਦੇ ਆ। ਦੋਵੇਂ ਚੀਜ਼ਾਂ ਗੰਨੇ ਤੋਂ ਬਣਦੀਆਂ ਨੇ, ਖੰਡ ਵੀ ਤੇ ਗੁੜ ਵੀ। ਪਰ ਖੰਡ ਨੂੰ ਰਿਫਾਈਨ ਕਰਨ ਲਈ 32 ਤਰ੍ਹਾਂ ਦੇ ਕੈਮੀਕਲ ਪੈਂਦੇ ਆ, ਜਿਹੜੀ ਸਾਡੀ ਸਿਹਤ ਲਈ ਬਹੁਤ ਜ਼ਿਆਦਾ ਹਾਨੀਕਾਰਕ ਨੇ। ਸਭ ਤੋਂ ਵੱਧ ਯੂਜ਼ ਸਲਫਰ ਦਾ ਹੁੰਦਾ, ਜਿਹੜੀਆਂ ਸਾਡੀਆਂ ਹੱਡੀਆਂ ਨੂੰ ਖੋਰਦੀ ਹੈ। ਹੋਰ ਬਹੁਤ ਤਰ੍ਹਾਂ ਦੇ ਕੈਮੀਕਲ ਪੈਂਦੇ ਜਿਹੜੀ ਸਾਡੀ ਸਿਹਤ ਲਈ ਬਹੁਤ ਜ਼ਿਆਦਾ ਹਾਨੀਕਾਰਕ ਨੇ। ਡਾਇਬਟੀਜ਼ ਪੇਸ਼ੈਂਟ ਸਾਡੇ ਕੋਲ ਸਪੈਸ਼ਲੀ ਆਣ ਕੇ ਗੁੜ ਖੜਦੇ ਆ ਤੇ ਉਹ ਖੁਦ ਦੱਸਦੇ ਆ ਕਿ ਸੇਮ ਅਮਾਊਂਟ ਦੇ ਵਿੱਚ ਅਗਰ ਅਸੀਂ ਖੰਡ ਪੀਂਦੇ ਆ ਤੇ ਫਿਰ ਉਹਦਾ ਸ਼ੂਗਰ ਲੈਵਲ ਕੀ ਹੁੰਦਾ, ਅਗਰ ਗੁੜ ਖਾਂਦੇ ਆ ਤੇ ਤੀਜਾ ਹਿੱਸਾ ਸ਼ੂਗਰ ਲੈਵਲ ਜਿਹੜਾ ਉੱਪਰ ਉੱਠਦਾ। ਸੋ ਉਹ ਮਤਲਬ ਖੁਦ ਜਿਹੜੇ ਪੇਸ਼ੈਂਟਸ ਹੈਗੇ ਆ ਡਾਇਬਟੀਜ਼, ਉਹ ਸਾਡੇ ਕੋਲ ਸਪੈਸ਼ਲ ਗੁੜ ਲੈਣ ਆਉਂਦੇ ਆ। ਤੇ ਇਸ ਦੇ ਨਾਲ ਬਾਕੀ ਬਹੁਤ ਸਾਰੇ ਬੈਨੀਫਿਟ ਹੈ, ਜਿਵੇਂ ਪੇਟ ਦੇ ਵਿੱਚ ਗੈਸ ਨਹੀਂ ਬਣਦੀ, ਸਾਨੂੰ ਨਜ਼ਲੇ ਦੀ ਪ੍ਰੋਬਲਮ ਹੋਵੇ, ਉਹ ਬਹੁਤ ਸਾਰੇ ਬੈਨੀਫਿਟਸ ਹੈਗੇ ਨੇ। ਜੇ ਗੱਲ ਕਰੀਏ, ਤੁਸੀਂ ਇੱਕ ਖਾਲਸਾ ਸ਼ੁੱਧ ਦੇਸੀ ਗੁੜ ਦੇ ਨਾਲ ਗੁੜ ਖਾਣ ਦੇ ਫਾਇਦਿਆਂ ਵਾਲਾ ਜਿਹੜਾ ਬੋਰਡ ਲਗਾ ਕੇ ਰੱਖਿਆ ਹੈ ਤੇ ਉਹਦੇ ਵਿੱਚ ਫਾਇਦੇ ਦੱਸੇ ਗਏ ਨੇ। ਆਖਰ ਕੀ ਕੀ ਫਾਇਦੇ ਨੇ? ਵੀ ਪਹਿਲਾਂ ਤੇ ਤੁਸੀਂ ਲਿਖਿਆ ਗੁੜ ਖਾਣ ਨਾਲ ਕਦੇ ਪੇਟ ਦੀ ਗੈਸ ਨਹੀਂ ਹੁੰਦੀ। ਅਜਿਹਾ ਕੀ ਇਸ ਗੁੜ ਦੇ ਵਿੱਚ ਹੁੰਦਾ ਜਿਹਦੇ ਨਾਲ ਗੈਸ ਨਹੀਂ ਹੁੰਦੀ ਜੀ? ਸੋ ਇਹ ਅਸਲ ਦੇ ਵਿੱਚ ਜੀ ਇਹਦੇ 'ਚ ਜਿਹੜੇ ਪੋਟਾਸ਼ੀਅਮ, ਕੈਲਸ਼ੀਅਮ, ਆਇਰਨ, ਉਹ ਸਾਰੇ ਜਿਹੜੇ ਇਹਦੇ 'ਚ ਭਰਪੂਰ ਮਾਤਰਾ ਦੇ ਵਿੱਚ ਹੈਗੇ ਨੇ। ਠੀਕ ਹੈ ਜੀ। ਉਹਦੇ ਨਾਲ ਸਿਰਫ ਇੱਕ ਗੈਸ ਹੀ ਨਹੀਂ ਬਣਦੀ, ਜਿਵੇਂ ਕਿ ਤੁਸੀਂ ਉੱਪਰ ਲਿਖਿਆ ਮੈਂਸ਼ਨ ਕਰਦੇ ਵੀ ਦਿਲ ਦੀ ਰੋਗੀ ਜਿਹੜੇ, ਉਹਨਾਂ ਲਈ ਬਹੁਤ ਜ਼ਿਆਦਾ ਫਾਇਦੇਮੰਦ ਹੈ, ਕਿਉਂਕਿ ਜਿਹੜਾ ਇਹ ਬਲੱਡ ਪਿਊਰੀਫਿਕੇਸ਼ਨ ਦਾ ਕੰਮ ਕਰਦਾ ਹੈ ਬਹੁਤ ਵੱਡੇ ਲੈਵਲ 'ਤੇ। ਇਸ ਤੋਂ ਇਲਾਵਾ ਜਿੱਦਾਂ ਆਪਾਂ ਕਹਿ ਸਕਦੇ ਹਾਂ ਕਿ ਜਿਹੜਾ ਨਜ਼ਲਾ ਵਗੈਰਾ ਜਿਨ੍ਹਾਂ ਨੂੰ ਰਹਿੰਦਾ ਹੈ, ਜਿਨ੍ਹਾਂ ਨੂੰ ਬਲਗਮ ਵਗੈਰਾ ਹੈ, ਉਹਨਾਂ ਲਈ ਬਹੁਤ ਜ਼ਿਆਦਾ ਫਾਇਦੇਮੰਦ ਹੈ। ਤੁਸੀਂ ਦੇਖਿਆ ਹੋਵੇਗਾ, ਅਗਰ ਪੁਰਾਣੇ ਬਜ਼ੁਰਗ ਜਦੋਂ ਤੂੜੀ ਵਗੈਰਾ ਦਾ, ਘੱਟੇ ਮਿੱਟੀ ਦਾ ਕੰਮ ਕਰਦੇ ਸੀ ਨਾ, ਤੇ ਲਾਸਟ ਦੇ ਉੱਪਰ ਗੁੜ ਖਾਂਦੇ ਸੀ। ਕਿਉਂ? ਉਹ ਮਤਲਬ ਇਹ ਮੰਨਿਆ ਜਾਂਦਾ ਹੈ, ਮਿੱਥ ਮੰਨੀ ਜਾਂਦੀ ਹੈ ਕਿ ਜਿਹੜਾ ਗੁੜ ਖਾਣ ਦੇ ਨਾਲ ਜਿੰਨਾ ਵੀ ਜਿਹੜਾ ਸਾਡੀ ਬੋਡੀ ਦੇ ਵਿੱਚ ਜਿਹੜਾ ਘੱਟਾ ਮਿੱਟੀ ਸਾਡੀ ਛਾਤੀ ਦੇ ਉੱਤੇ ਜਮ੍ਹਾਂ ਹੋਇਆ ਹੁੰਦਾ, ਉਹ ਆਪਣੇ ਆਪ ਨੀਚੇ ਚਲਾ ਜਾਂਦਾ। ਸੋ ਬਹੁਤ ਸਾਰੇ ਬੈਨੀਫਿਟ ਨੇ ਇਹਦੇ। ਪ੍ਰਦੂਸ਼ਣ ਵਾਲੇ ਏਰੀਏ ਦੇ ਵਿੱਚ ਜਿਹੜੇ ਗੁੜ ਖਾਣਾ ਜਿਹੜੇ ਲੋਕ ਰਹਿੰਦੇ ਆ, ਉਹਨਾਂ ਲਈ ਬਹੁਤ ਜ਼ਿਆਦਾ ਚੰਗਾ ਹੈ। ਠੀਕ ਹੈ। ਉਹ ਜਿਹੜਾ ਕਹਿ ਲਓ ਜਿਹੜੀਆਂ ਦਮੇ ਦੇ ਰੋਗੀ ਹੈ, ਉਹਨਾਂ ਲਈ ਗੁੜ ਖਾਣਾ ਬਹੁਤ ਜ਼ਿਆਦਾ ਚੰਗਾ ਹੈ। ਇੱਕ એનર્ਜੀ ਬੂਸਟਰ ਹੈ, ਜਿੱਦਾਂ ਇੱਕ ਜਿਮ ਜਾਂਦਾ ਬੰਦਾ ਅੱਜ ਕੱਲ੍ਹ ਹੋਰ 100 ਤਰ੍ਹਾਂ ਦੇ ਪ੍ਰੋਡਕਟ ਲੈਂਦਾ ਹੈ, ਅਗਰ ਉਹ ਸਵੇਰੇ ਛੋਲਿਆਂ, ਇੱਕ ਜਿਮ ਜਾਣ ਵਾਲਾ ਬੰਦਾ ਜਿਹੜਾ, ਇੱਕ ਬੜਾ ਵਧੀਆ ਉਹਦੇ ਲਈ એનર્ਜੀ ਬੂਸਟਰ ਹੈ ਗੁੜ ਜਾਂ ਸ਼ੱਕਰ। ਕਿਉਂਕਿ ਅਗਰ ਉਹ ਛੋਲਿਆਂ ਦੇ ਨਾਲ ਗੁੜ ਦਾ ਸੇਵਨ ਕਰਦਾ, ਇੱਕ ਤੇ ਨੈਚੁਰਲ ਪ੍ਰੋਡਕਟ ਆ, ਕੋਈ ਇਹਦੇ 'ਚ ਕਹਿ ਲਓ ਕਿ ਕੈਮੀਕਲ ਨਹੀਂ ਪਿਆ, ਉਹਦੀ ਬਾਡੀ ਨੂੰ ਕੋਈ ਕਿਸੇ ਵੀ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਹੁੰਦਾ। ਅੱਜ ਕੱਲ੍ਹ ਆਪਾਂ ਦੇਖਿਆ ਜਿਮ ਵਾਲੇ ਮੁੰਡੇ ਗਲਤ ਕਹਿ ਲਓ ਕਿ ਆਪਾਂ ਪ੍ਰੋਮੋਜ਼ ਦੇਖ ਕੇ, ਐਡ ਦੇਖ ਕੇ ਕੈਮੀਕਲ ਵਾਲੇ, ਜਿੱਦਾਂ ਕਿ ਤੁਸੀਂ ਕਹਿ ਸਕਦੇ ਹੋ ਜਿਹੜੇ એનર્ਜੀ ਬੂਸਟਰ ਲੈਂਦੇ ਆ, ਤੇ ਉਹਦੇ ਨਾਲ ਬਹੁਤ ਸਾਰਾ ਉਹਨਾਂ ਦੀ ਸਿਹਤ ਨੂੰ ਬਹੁਤ ਵੱਡੇ ਲੈਵਲ 'ਤੇ ਨੁਕਸਾਨ ਹੁੰਦਾ। ਸੋ ਉਹਦੀ ਜਗ੍ਹਾ ਉਹ ਛੋਲਿਆਂ ਦੇ ਨਾਲ ਅਗਰ ਗੁੜ ਖਾਣ, ਤੇ ਇੱਕ ਬੜਾ ਫਾਇਦੇਮੰਦ ਹੈ। ਠੀਕ ਹੈ। ਇਹ ਸਾਨੂੰ ਗੁਰਪ੍ਰੀਤ ਸਿੰਘ ਜਿਨ੍ਹਾਂ ਨੇ ਦੱਸਿਆ ਵੀ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਘਰੇਲੂ ਉਪਯੋਗ ਤੋਂ ਇਲਾਵਾ ਵੀ ਸਿਹਤ ਨੂੰ ਲੈ ਕੇ ਜੇ ਗੱਲ ਕਰੀਏ ਤਾਂ ਸਿਹਤ ਵਾਸਤੇ ਗੁੜ ਜਿਹੜਾ ਬਹੁਤ ਜ਼ਰੂਰੀ ਨੇ। ਆਮ ਤੌਰ 'ਤੇ ਜਿਮ ਜਾਣ ਵਾਲੇ ਜਿਹੜੇ ਨੌਜਵਾਨ ਨੇ, ਉਹ ਵੱਧ ਤੋਂ ਵੱਧ ਵੱਖਰੇ ਸਪਲੀਮੈਂਟ ਲੈ ਕੇ ਆਪਣੇ ਸਰੀਰ ਨੂੰ ਹਾਨੀਕਾਰਕ ਕੈਮੀਕਲ ਦੇ ਨਾਲ ਖਰਾਬ ਕਰ ਰਹੇ ਨੇ। ਕਿਤੇ ਨਾ ਕਿਤੇ ਗੁੜ ਜਿਹੜਾ ਵਾ ਉਹਨਾਂ ਦੀ ਸਿਹਤ ਵਾਸਤੇ ਤੇ ਸਰੀਰਕ ਪੱਖੋਂ ਸੋਚੀਏ ਤੇ એનર્ਜੀ ਵਾਸਤੇ ਬਹੁਤ ਜ਼ਰੂਰੀ ਹੈ। ਇਹ ਗੱਲਬਾਤ ਕੀਤੀ ਸੀ ਗੁਰਪ੍ਰੀਤ ਸਿੰਘ ਜੀ ਨਾਲ, ਤੇ ਉਹਨਾਂ ਦੇ ਸਾਥੀ ਵੀ ਸਾਡੇ ਨਾਲ ਮੌਜੂਦ ਨੇ। ਗੱਲਬਾਤ ਕਰਾਂਗੇ ਵੀ ਆਖਰ ਇਸ ਪ੍ਰੋਫੈਸ਼ਨ ਦੇ ਵਿੱਚ ਆਉਣ ਨਾਲ, ਇਸ ਪੇਸ਼ੇ ਨਾਲ ਜੁੜਨ ਨਾਲ ਕਿੰਨਾ ਕੁ ਤੁਹਾਨੂੰ ਜਿਹੜਾ ਵਾ ਪ੍ਰੋਫਿਟ ਹੋ ਰਿਹਾ, ਕਿੰਨਾ ਕੁ ਤੁਹਾਨੂੰ ਜਿਹੜਾ ਪੈਸੇ ਕਮਾਉਣ 'ਚ ਆਸਾਨੀ ਹੋ ਰਹੀ ਹੈ। ਇਹ ਹਾਂ ਭਾਜੀ ਆਪਣਾ ਨਾਮ ਦੱਸੋ। ਮੇਰਾ ਨਾਮ ਜਗਪ੍ਰੀਤ ਸਿੰਘ ਆ, ਤੇ ਧੰਨਵਾਦ ਤੁਸੀਂ ਸਾਡੇ ਇੱਥੇ ਵੇਲਣੇ ਤੇ ਆਏ, ਤੇ ਬੜਾ ਵਧੀਆ ਲੱਗਾ। ਇਹ ਕੰਮ ਦੇ ਵਿੱਚ ਸ਼ੁਰੂ ਜਦੋਂ ਪਏ ਸੀ, ਉਦੋਂ ਸਾਨੂੰ ਘਰਦਿਆਂ ਵੱਲੋਂ ਬਹੁਤਾ ਜ਼ਿਆਦਾ ਸਪੋਰਟ ਨਹੀਂ ਸੀ, ਕਿਉਂਕਿ ਇਹ ਵੀਰ ਨੇ ਵੀ ਐਮਟੈਕ ਕੀਤੀ, ਪੜ੍ਹਾਈ ਕੀਤੀ। ਮਹਿਦਾਸ ਵੀ ਹਜੂਰ ਸਾਹਿਬ ਗੁਰਦੁਆਰੇ ਸਾਹਿਬ ਰਹੇ ਆ, ਤੇ 8-10 ਸਾਲ ਉੱਥੇ ਗ੍ਰੰਥੀ ਡਿਊਟੀ ਕੀਤੀ, ਵਿਦੇਸ਼ਾਂ 'ਚ ਵੀ ਕੀਰਤਨ ਕਰਕੇ ਆਏ। ਤੇ ਘਰਦਿਆਂ ਦੇ ਤੁਸੀਂ ਕਿਹੜਾ ਕੰਮ ਚਾਲੂ ਲੱਗੇ ਕਰਨ, ਇਹ ਕੰਮ ਦੇ ਨਾਲ ਅਸੀਂ ਬਜ਼ੁਰਗ ਸਾਡੇ ਕੱਢਦੇ ਹੁੰਦੇ, ਉਹ ਕਹਿੰਦੇ ਵੀ ਜੂਆਂ ਪੈ ਜਾਂਦੀਆਂ ਵਾ। ਜਿੱਦਾਂ ਹੁਣ ਸ਼ਾਇਦ ਅੱਜ ਕੱਲ੍ਹ ਬੱਚਿਆਂ ਨੂੰ ਪਤਾ ਨਹੀਂ ਆ, ਵਾਲ ਛੇਤੀ ਨਾ ਧੋਣ ਦੇ ਨਾਲ, ਤੇ ਸਾਨੂੰ ਵੀ ਬਹੁਤਾ ਜ਼ਿਆਦਾ ਸਪੋਰਟ ਨਹੀਂ।
ਪਰ ਅੱਜ ਉਹ ਇੰਨਾ ਜ਼ਿਆਦਾ ਖੁਸ਼ ਆ ਕਿ ਉਹ ਜਿੱਥੇ ਵੀ ਰਿਸ਼ਤੇਦਾਰੀ 'ਚ ਕਿਤੇ ਜਾਂਦੇ ਆ ਤੇ ਬੜੇ ਮਾਣ ਮਹਿਸੂਸ ਕਰਦੇ ਆ ਕਿ ਸਾਡੇ ਬੇਟੇ ਜਿਹੜੇ ਉਹ ਗੁੜ ਕੱਢਦੇ ਆ ਤੇ ਇੰਨਾ ਬੜੀ ਦੂਰ ਦੂਰ ਤੱਕ ਗੁੜ ਜਾਂਦਾ ਵਾ ਤੇ ਬੜੀ ਆਪਣੇ ਆਪ ਨੂੰ ਵੀ ਖੁਸ਼ੀ ਮਹਿਸੂਸ ਹੁੰਦੀ ਆ ਜਦੋਂ ਮਾਂ ਪਿਓ ਖੁਸ਼ ਹੁੰਦਾ ਵਾ। ਤੇ ਪ੍ਰੋਫਿਟ ਤੇ ਜਿਹੜਾ ਹੈ ਹੀ ਆ ਇਹਦੇ ਨਾਲ ਇਹ ਆ ਕਿ ਅਸੀਂ ਆਪਣੇ ਪਿੰਡ ਦੇ 6 ਨੌਜਵਾਨਾਂ ਨੂੰ ਰੋਜ਼ਗਾਰ ਦਿੱਤਾ ਵਾ ਬਿਨਾਂ ਉਹਨਾਂ ਦੀ ਕਿਸੇ ਟ੍ਰੇਨਿੰਗ ਤੋਂ, ਬਿਨਾਂ ਕਿਸੇ ਗੱਲਬਾਤ ਤੋਂ। ਸਿਰਫ ਉਹਨਾਂ ਨੇ ਸਾਡੇ ਨਾਲ ਇੱਥੇ ਸਾਡੀ ਹੈਲਪ ਕਰਾਉਂਦੇ ਆ ਤੇ 11000 ਰੁਪਏ ਇੱਕ ਨੂੰ ਦਿੰਨੇ ਅਸੀਂ ਤੇ 6 ਜਣਿਆਂ ਨੂੰ। ਸਭ ਤੋਂ ਮੇਨ ਗੱਲ ਆ ਵੀ ਉਹ 6 ਘਰਾਂ ਦਾ ਅਸੀਂ ਚੁੱਲ੍ਹਾ ਨਾਲ ਤੋਰਿਆ ਵਾ ਜੀ। ਹਾਂਜੀ, ਹੁਣ ਤਾਂ ਗੱਲ ਕਰੀਏ ਵੀ ਤੁਹਾਡੇ ਗੁੜ ਦੀ ਜਿਹੜੀ ਮਸ਼ਹੂਰੀ ਕਿੱਥੋਂ ਕਿੱਥੋਂ ਤੱਕ ਹੋ ਸਕੀ, ਕਿੱਥੋਂ ਕਿੱਥੋਂ ਤੱਕ ਲੋਕ ਆਣ ਕੇ ਤੁਹਾਡਾ ਗੁੜ ਖਰੀਦਣ ਪਹੁੰਚਦੇ ਨੇ ਅੰਮ੍ਰਿਤਸਰ? ਸਰ ਗੁੜ ਦੀ ਤੇ ਪੂਰੇ ਵਰਲਡ ਲੈਵਲ ਤੇ ਜੇ ਕਹਿ ਲਓ, ਇਟਲੀ ਤੋਂ ਸਾਨੂੰ ਇੱਕ ਫੋਨ ਆਇਆ ਹੈ ਕਿ ਸਾਨੂੰ ਇੱਕ ਪੂਰਾ ਕੰਟੇਨਰ ਭਰ ਕੇ ਦਿਓ। ਇੱਕ ਕੈਨੇਡਾ ਤੋਂ ਜਗੀਰ ਸਿੰਘ ਆ ਕਰਕੇ ਰਿਆੜ, ਉਹਨਾਂ ਦਾ ਫੋਨ ਆਇਆ ਸੀ ਕਿ ਸਾਨੂੰ ਇੱਕ ਕੰਟੇਨਰ ਭਰ ਕੇ ਦਿਓ ਗੁੜ ਦਾ। ਪਰ ਸਾਡੇ ਕੋਲ ਕੰਟੇਨਰ ਵੱਡਾ ਜਿਹਦੇ ਵਿੱਚ ਕਿ 100 ਕੁਆਂਟਲ ਦੇ ਏੜ ਗੇੜ ਜਿਹੜਾ ਵਾ ਗੁੜ ਹੋ ਜੇ ਸ਼ਿਪ ਦੇ ਰਾਹੀਂ ਜਾਂਦਾ, ਪਰ ਸਾਡੇ ਕੋਲ ਇੱਥੇ ਪੂਰਾ ਨਹੀਂ ਹੋ ਰਿਹਾ। ਇੱਥੇ ਨਾ ਪੂਰਾ ਹੋਣ ਦਾ ਕਾਰਨ ਆਪਾਂ ਉਹਨਾਂ ਨੂੰ ਸਾਡਾ ਪ੍ਰੋਡਕਟ ਹਾਲੇ ਛੋਟਾ ਵਾ, ਇਹ ਜਿਹੜਾ ਸਾਰਾ ਸਾਜੋ ਸਮਾਨ ਹੈ ਕਿ 4 ਕੁਆਂਟਲ ਕੱਢਦੇ ਆ ਤੇ ਵਿਦੇਸ਼ ਨਹੀਂ ਭੇਜ ਸਕਦੇ। ਫਿਰ ਵੀ ਸਾਡੇ ਕੋਲ ਦਿੱਲੀ ਤੋਂ, ਬੰਬੇ ਤੋਂ ਤੇ ਬਾਹਰਲੇ ਦੇਸ਼ਾਂ ਤੋਂ ਤਕਰੀਬਨ ਲੋਕ ਖੜਦੇ ਹੀ ਆ। ਕੈਨੇਡਾ, ਅਮਰੀਕਾ ਸਾਡਾ ਗੁੜ ਬਹੁਤ ਜਾ ਰਿਹਾ ਵਾ ਜੀ। ਉਹਨਾਂ ਨੌਜਵਾਨਾਂ ਨੂੰ ਕੀ ਸਿੱਖ ਦੇਣੀ ਚਾਹੋਗੇ ਜਿਹੜੇ ਆਪਣਾ ਦੇਸ਼ ਛੱਡ ਕੇ, ਆਪਣੀ ਮਿੱਟੀ ਛੱਡ ਕੇ, ਆਪਣੀ ਕਿਸਾਨੀ ਛੱਡ ਕੇ ਤੇ ਵਿਦੇਸ਼ਾਂ ਦੇ ਵਿੱਚ ਜਾ ਕੇ ਨੌਕਰੀਆਂ ਕਰਦੇ ਨੇ, ਲੇਕਿਨ ਤੁਹਾਡੇ ਵੱਲੋਂ ਆਪਣੇ ਸ਼ਹਿਰ ਦੇ ਵਿੱਚ, ਆਪਣੇ ਪਿੰਡ ਦੇ ਵਿੱਚ ਹੀ, ਆਪਣੇ ਘਰ ਦੇ ਵਿੱਚ ਹੀ ਇਹ ਗੁੜ ਦਾ ਵੇਲਣਾ ਲਗਾ ਕੇ ਲੋਕਾਂ ਨੂੰ ਸ਼ੁੱਧ ਗੁੜ ਦਿੱਤਾ ਜਾ ਰਿਹਾ, ਉਹਨਾਂ ਦੀ ਸਿਹਤ ਸੰਭਾਲ ਵੀ ਕੀਤੀ ਜਾ ਰਹੀ ਹੈ ਤੇ ਵਿਰਸੇ ਨਾਲ ਵੀ ਜੋੜਿਆ ਜਾ ਰਿਹਾ। ਹਾਂਜੀ, ਨੌਜਵਾਨ ਜੇ ਤੇ ਕੋਈ ਇੱਥੇ ਕੰਮ ਕਰਨਾ ਚਾਹੁੰਦਾ ਫਿਰ ਤਾਂ ਉਹਦੇ ਲਈ ਕੋਈ ਔਖਾ ਨਹੀਂ ਆ। ਤੁਸੀਂ ਕੋਈ ਆਪਣਾ ਜਿਹੜਾ ਸਾਡੇ ਇੱਥੇ ਪੈਸਾ ਲੱਗਾ 7-8 ਲੱਖ, ਉਹਦੇ ਵਿੱਚ ਸਰਕਾਰ ਵੀ ਮਦਦ ਕਰਦੀ ਆ, ਹਰੇਕ ਪ੍ਰਕਾਰ ਦੀ ਤੁਹਾਡੀ ਹੁੰਦੀ ਆ। ਪਰ ਸਾਡੇ ਮਨ ਕੀ ਕਹਿੰਦਾ ਵਾ ਵੀ ਅਸੀਂ ਇੱਥੇ ਕਰਨਾ ਚਾਹੁੰਦੇ ਆ ਕਿ ਨਹੀਂ ਕਰਨਾ ਚਾਹੁੰਦੇ। ਜੇ ਸਾਡੇ ਦਿਮਾਗ ਦੇ ਵਿੱਚ ਇਹ ਆ ਕਿ ਅਸੀਂ ਜਾਣਾ ਹੀ ਬਾਹਰ ਵਾ, ਇੱਧਰ ਦਾ ਸੋਚਦੇ ਨਹੀਂ, ਉਹਨਾਂ ਵਾਸਤੇ ਤਾਂ ਆਪਾਂ ਕੁਝ ਕਹਿ ਨਹੀਂ ਸਕਦੇ। ਪਰ ਇਹ ਆ ਵੀ ਜਿਹੜੇ ਵੀਰ ਕਹਿੰਦੇ ਆ ਵੀ ਅਸੀਂ ਬਾਹਰ ਨਹੀਂ ਜਾ ਸਕਦੇ, ਸਾਡੇ ਕੋਲ ਨਹੀਂ ਪੈਸਾ, ਤੇ ਇੱਥੇ ਰਹਿ ਕੇ ਵੀ ਬਾਹਰ ਜਿੰਨੀ ਕਮਾਈ ਕੀਤੀ ਜਾ ਸਕਦੀ ਹੈ ਜੀ। ਬਹੁਤ ਬਹੁਤ ਧੰਨਵਾਦ ਜੀ। ਇਹ ਸਨ ਉਹ ਦੋ ਨੌਜਵਾਨ ਜਿਨ੍ਹਾਂ ਨੇ ਆਪਣੇ ਪੜ੍ਹਾਈ ਤੋਂ ਬਾਅਦ ਵਿਦੇਸ਼ ਜਾਣ ਨਾਲੋਂ ਜਾਂ ਕਿਤੇ ਨੌਕਰੀ ਕਰਨ ਨਾਲੋਂ ਆਪਣੇ ਪਿੰਡ ਦੇ ਵਿੱਚ ਹੀ ਗੁੜ ਦਾ ਵੇਲਣਾ ਲਗਾ ਕੇ ਤੇ ਸ਼ੁੱਧ ਗੁੜ ਦੀ ਜਿਹੜੀ ਸ਼ੁੱਧ ਗੁੜ ਜਿਹੜਾ ਤਿਆਰ ਕਰਕੇ ਤੇ ਲੋਕਾਂ ਨੂੰ ਵੇਚਿਆ ਜਾ ਰਿਹਾ ਤੇ ਬੜਾ ਅੱਛੀ ਇਨਕਮ ਦਾ ਸੋਰਸ ਉਹਨਾਂ ਦਾ ਬਣਿਆ। ਤੇ ਉਹਨਾਂ ਕਿਹਾ ਵੀ ਅਸੀਂ ਆਪਣੀ ਇਨਕਮ ਦੇ ਨਾਲ 6 ਨੌਜਵਾਨ ਜਿਹੜੇ ਹੋਰ ਨੇ ਉਹਨਾਂ ਦੇ ਵੀ ਘਰ ਚਲਾ ਰਹੇ ਹਾਂ ਤੇ ਪਰ ਨੌਜਵਾਨ ਨੂੰ 11000 ਰੁਪਇਆ ਜਿਹੜੀ ਆਪਾਂ ਮਹੀਨੇ ਦੀ ਲੇਬਰ ਦੇ ਰਹੇ ਹਾਂ। ਤੇ ਜੇ ਮਿਹਨਤ ਕਰੀਏ ਤੇ ਆਪਣੇ ਪਿੰਡ ਵਿੱਚ, ਆਪਣੇ ਘਰ ਦੇ ਵਿੱਚ ਵੀ ਸੋਹਣਾ ਗੁਜ਼ਾਰਾ ਹੋ ਸਕਦਾ। ਜ਼ਰੂਰੀ ਨਹੀਂ ਵੀ ਆਪਣੀ ਹੀ ਜਵਾਨੀ ਜਿਹੜੀ ਆ ਵਿਦੇਸ਼ਾਂ 'ਚ ਜਾ ਕੇ ਖਰਾਬ ਕਰੀਏ। ਮੈਨੂੰ ਜਾਣਕਾਰੀ ਜੇ ਸੰਧੂ ਨੂੰ ਦਿਓ ਇਜਾਜ਼ਤ ਤੇ ਦੇਖਦੇ ਰਹੋ ਤੇਜ਼ ਪੰਜਾਬ ਨਿਊਜ਼।